ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਭ ਬਿਦ ਤੁਮ ਹੀ ਜਾਣਤੇ ਪਿਆਰੇ, किस पह कहों सुनाए। तू दाता जियां सबना का, तेरा दिता पहर हैं खाए। सुख दुख तेरी आज्ञा प्यारे, दूजी नाही जाए। जो तू करावे सो करी प्यारे, अवर किश करन न जाए। जतन बहुत सुख के किए, दुख को किया ना कोई। कहो नानक सुन रे मना, हर भावै सो होए। कहो नानक सुन रे मना, हर भावै सो होए। परम सन्मानयोग जुग जुग अटल, दया दे खजाने सुखां दे सागर, सर्ब समरथ परम कृपालु पातशाह धन धन गुरु ग्रंथ साहिब महाराज जी दी पावन पवित्र हजूरी अंदर जुड़ बैठी साध संगत जी, सतगुरां दा शुकराना करिए जिन्हां दी अपार रहमत सदका साहिब जी दे पावन चरनां विच जुड़ के धुर की बाणी दा रस भिन्ना कीर्तन सरवण कर सके हैं। आओ साध संगत, जिथे बड़े प्यार बड़े टिका दे नाल कीर्तन विच हाज़री लवाई है, उत्थे कुछ को समा चल रहे पावन सलोकां दी विचार दे विच भी हाज़री लवाउण दा यतन करिए। गुरु तेग बहादुर महाराज जी का 39वां 39th सलोक, जतन बहुत सुख के किए दुख को कियो ना कोय। कहो नानक सुन रे मना, हर भावै सो होए। कोशिश बड़ी करदा है इंसान, हुंदा ओह है जिहड़ा उहनूं चंगा लगदा है। सतगुरु जी की इस पावन सलोक दे विच समझाते पए ने, ये विचार आरंभ करन तो पहलां सतगुरां दे चरनां दे विच झुकाईए सीस। सारे बड़े प्यार सत्कार नाल दसम पातशाह वल्लों बख्शिश कीती फतेह दी सांझ पाईए जी। बुलाओ जी वाहिगुरू जी का खालसा, वाहिगुरू जी की फतेह। साध संगत, ईरान दे विच एक संत होए ने फिरदौसी। इंडिया दे विच भी काफ़ी संत पैदा होए, भगत पैदा होए, ईरान दे विच भी काफ़ी होए। फिरदौसी ने एक गल कही सी बादशाह नूं। ईरान का जिहड़ा बादशाह सी, उहदे अंतले सवास चलते पए ने। उन्हां अंतले सवासां दे दौरान बादशाह सुनेहा भेज के फिरदौसी नूं अपने कोल बुलाउंदा है।
ਤੇ ਸਾਧ ਸੰਗਤ ਇਹ ਜਿਹੜਾ ਬਾਦਸ਼ਾਹ ਸੀ ਨਾ, ਕਿਸੇ ਸਮੇਂ ਇਸ ਬਾਦਸ਼ਾਹ ਨੇ ਫਿਰਦੌਸੀ ਨੂੰ ਕਿਹਾ ਸੀ ਕਿ ਮੇਰੇ ਵਾਸਤੇ ਤੂੰ ਇੱਕ ਕੰਮ ਕਰ ਸਕਣਾ ਹੈ। ਫਿਰਦੌਸੀ ਕਹਿਣ ਲੱਗਾ ਜੀ ਬਾਦਸ਼ਾਹ ਹਜ਼ੂਰ ਜ਼ਰੂਰ ਕਰਾਂਗਾ। ਕਹਿਣ ਲੱਗਾ ਇਵੇਂ ਕਰ ਕਿ ਤੂੰ ਸੰਸਾਰ ਦੇ ਵਿੱਚ ਜਿਤਨੇ ਵੀ ਰੱਬ ਦੇ ਪਿਆਰੇ ਪੈਦਾ ਹੋਏ ਨੇ ਉਹਨਾਂ ਦਾ ਇਤਿਹਾਸ ਲਿਖ ਤੇ ਮੈਂ ਪੜ੍ਹਨਾ ਚਾਹੁੰਦਾ। ਲੰਬੀ ਵਾਰਤਾ ਹੈ ਸਾਧ ਸੰਗਤ, ਸ਼ਾਰਟ ਦੇ ਵਿੱਚ ਮੈਂ ਗੱਲ ਕਰਾਂਗਾ। ਉਹ ਕਹਿੰਦਾ ਮੈਂ ਪੜ੍ਹਨਾ ਚਾਹੁੰਦਾ। ਫਿਰਦੌਸੀ ਨੇ ਲਿਖਿਆ, 8-10 ਪੋਥੀਆਂ ਬਣ ਗਈਆਂ। ਉਹ ਕਹਿੰਦਾ ਸ਼ਾਰਟ ਕਰ। ਸ਼ਾਰਟ ਕਰਦਿਆਂ ਕਰਦਿਆਂ ਇੱਕ ਪੋਥੀ ਰਹਿ ਗਈ, ਉਹ ਵੀ ਪੜ੍ਹ ਨਹੀਂ ਸਕਿਆ ਬਾਦਸ਼ਾਹ। ਹੁਣ ਅੰਤਲੇ ਸਵਾਸ ਚੱਲਦੇ ਪਏ ਨੇ ਉਸ ਬਾਦਸ਼ਾਹ ਦੇ, ਤੇ ਫਿਰਦੌਸੀ ਨੂੰ ਬੁਲਾਉਂਦਾ ਹੈ। ਫਿਰਦੌਸੀ ਆਉਂਦਾ ਜੀ ਉਹਦੇ ਕੋਲੇ, ਤੇ ਉਹ ਬਾਦਸ਼ਾਹ ਕਹਿੰਦਾ ਹੈ, ਕਹਿਣ ਲੱਗਾ ਜੀ ਤੁਸੀਂ ਬਹੁਤ ਮਿਹਨਤ ਕੀਤੀ, ਤੁਸੀਂ ਬੜੀ ਮਿਹਨਤ ਦੇ ਨਾਲ ਇਤਿਹਾਸ ਲਿਖਿਆ, ਪਰ ਬਦਕਿਸਮਤੀ ਮੇਰੀ ਕਿ ਮੈਂ ਪੜ੍ਹ ਨਹੀਂ ਸਕਿਆ। ਹੁਣ ਮੇਰੇ ਸਵਾਸ ਜਿਹੜੇ ਨੇ, ਮੈਨੂੰ ਪਤਾ ਹੈ ਕਿ ਅੰਤਲਾ ਸਮਾਂ ਆਇਆ ਪਿਆ ਹੈ, ਤੇ ਮੈਨੂੰ ਇਹ ਅਫਸੋਸ ਰਹੇਗਾ ਕਿ ਮੈਂ ਇਤਿਹਾਸ ਪੜ੍ਹ ਨਹੀਂ ਸਕਿਆ ਉਹਨਾਂ ਰੱਬ ਦੇ ਪਿਆਰਿਆਂ ਦਾ। ਤੇ ਫਿਰਦੌਸੀ ਨੇ ਉੱਥੇ ਗੱਲ ਕਹੀ ਸਾਧ ਸੰਗਤ, ਬੜੀ ਪਿਆਰੀ, ਬੜੀ ਨੋਟ ਕਰਨ ਵਾਲੀ ਗੱਲ ਹੈ। ਕਹਿਣ ਲੱਗਾ ਬਾਦਸ਼ਾਹ ਕੋਈ ਨਹੀਂ, ਤੂੰ ਅਫਸੋਸ ਨਾ ਕਰ, ਮੈਂ ਤੈਨੂੰ ਜਿਹੜਾ ਇਤਿਹਾਸ ਤੂੰ ਸੁਣਨਾ ਚਾਹੁੰਦਾ, ਪੜ੍ਹਨਾ ਚਾਹੁੰਦਾ ਸੀ, ਪੜ੍ਹ ਨਹੀਂ ਸਕਿਆ, ਉਹ ਮੈਂ ਤੈਨੂੰ ਹੁਣੇ ਹੀ ਸੁਣਾ ਦਿੰਦਾ। ਕਮਾਲ ਹੈ। ਜਿਸ ਇਤਿਹਾਸ ਨੂੰ ਲਿਖਣ ਦੇ ਲਈ 1.5 ਸਾਲ ਦਾ ਸਮਾਂ ਫਿਰਦੌਸੀ ਨੇ ਲਿਆ, ਉਸ ਇਤਿਹਾਸ ਨੂੰ ਸੁਣਾਉਣ ਦੇ ਲਈ ਫਿਰਦੌਸੀ ਕਹਿੰਦਾ ਮੈਂ ਹੁਣੇ ਹੀ ਸੁਣਾ ਦਿੰਦਾ। ਬਾਦਸ਼ਾਹ ਕਹਿਣ ਲੱਗਾ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੈਂ ਇਤਿਹਾਸ ਪੂਰਾ ਸੁਣ ਸਕਾਂਗਾ। ਕਹਿਣ ਲੱਗਾ ਨਹੀਂ, ਮੈਂ ਤੈਨੂੰ ਹੁਣੇ ਹੀ ਇਤਿਹਾਸ ਸੁਣਾਵਾਂਗਾ। ਸੁਣਾਇਆ ਜੀ ਉਸ ਫਿਰਦੌਸੀ ਨੇ ਇਤਿਹਾਸ। ਪਤਾ ਕੀ ਸੁਣਾਇਆ? ਕਹਿਣ ਲੱਗਾ ਬਾਦਸ਼ਾਹ ਇਸ ਸੰਸਾਰ ਦੀ ਖੇਡ ਸਿਰਫ 3 ਗੱਲਾਂ ਦੇ ਉੱਤੇ ਟਿਕੀ ਹੋਈ ਹੈ। ਉਹ ਕੀ ਹੈ? ਕਹਿੰਦਾ ਇਨਸਾਨ ਪੈਦਾ ਹੁੰਦਾ ਹੈ ਰੋਂਦਾ। ਧਿਆਨ ਦਿਓ ਸਾਧ ਸੰਗਤ, ਇਨਸਾਨ ਪੈਦਾ ਹੁੰਦਾ ਹੈ ਰੋਂਦਾ। ਜਦੋਂ ਬੱਚੇ ਦਾ ਜਨਮ ਹੁੰਦਾ ਜੀ ਰੋਂਦਾ ਹੈ। ਜਦੋਂ ਪੈਦਾ ਹੋਇਆ ਉਦੋਂ ਵੀ ਰੋਂਦਾ ਹੈ। ਪੈਦਾ ਹੋਣ ਤੋਂ ਬਾਅਦ ਜਿਹੜੀ ਉਹਦੀ ਜ਼ਿੰਦਗੀ ਹੈ ਉਹ ਵੀ ਰੋਂਦਿਆਂ ਹੀ ਬਤੀਤ ਹੁੰਦੀ ਹੈ, ਤੇ ਜਿਹੜਾ ਅੰਤਲਾ ਸਮਾਂ ਹੁੰਦਾ ਹੈ ਨਾ ਉਹ ਵੀ ਰੋਂਦਿਆਂ ਹੀ ਜਾਂਦਾ ਹੈ। ਖਿਆਲ ਕਰਿਓ, ਜਨਮ ਦੇ ਟਾਈਮ ਤੇ ਰੋਂਦਾ ਹੈ, ਸਾਰੀ ਜ਼ਿੰਦਗੀ ਉਹ ਰੋਂਦਾ ਹੀ ਰਹਿੰਦਾ ਹੈ, ਮੌਤ ਦੇ ਸਮੇਂ ਵੀ ਉਹ ਰੋਂਦਾ ਹੈ। ਬਸ ਇਹੀ ਇਤਿਹਾਸ ਹੈ। ਰੋਂਦਾ ਹੀ ਪੈਦਾ ਹੋਇਆ ਤੇ ਰੋਂਦਾ ਹੀ ਇਸ ਸੰਸਾਰ ਤੋਂ ਚਲਾ ਗਿਆ। ਹੁਣ ਇਹਨੂੰ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਫਿਰਦੌਸੀ ਜੀ ਅਸਲ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ। ਹਾਂ, ਇਹ ਤੇ ਅਸਲੀਅਤ ਹੈ, ਇਹ ਯੂਨੀਵਰਸਲ ਫੈਕਟ ਕਹਿ ਲਈਏ ਕਿ ਜਿਹੜਾ ਵੀ ਬੱਚਾ ਦੁਨੀਆ ਦੇ ਵਿੱਚ ਪੈਦਾ ਹੋਏਗਾ ਉਹ ਰੋਂਦਾ ਹੈ। ਜੇ ਨਾ ਰੋਵੇ ਤੇ ਡਾਕਟਰ ਉਸ ਨੂੰ ਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਵੈਸੇ ਇੱਕ ਵੱਖਰੀ ਗੱਲ ਹੈ, ਭਾਈ ਗੁਰਦਾਸ ਜੀ ਨੇ ਇੱਕ ਵੱਖਰਾ ਕਨਸੈਪਟ ਦਿੰਦਿਆਂ ਹੋਇਆਂ ਉੱਥੇ ਉਹਨਾਂ ਨੇ ਗੱਲ ਕਹੀ, ਭਾਈ ਸਾਹਿਬ ਜੀ ਨੇ ਕਹਿਣ ਲੱਗੇ ਬੱਚੇ ਦਾ ਰੋਣਾ ਕਿਸੇ ਹੋਰ ਰੀਜ਼ਨ ਕਰਕੇ ਹੈ। ਹੁਣ ਜਿਹੜੇ ਅਧਿਆਤਮਿਕ ਲੋਕ ਹੁੰਦੇ ਨੇ ਨਾ, ਜਿਨ੍ਹਾਂ ਦਾ ਆਤਮਿਕ ਜੀਵਨ, ਸਪਿਰਿਚੁਅਲ ਲਾਈਫ ਜਿਨ੍ਹਾਂ ਦੀ ਬੜੀ ਉੱਚੀ ਹੁੰਦੀ ਹੈ, ਉਹਨਾਂ ਦਾ ਹਰ ਇੱਕ ਚੀਜ਼ ਨੂੰ ਦੇਖਣ ਦਾ ਪੁਆਇੰਟ ਆਫ ਵਿਊ ਜਿਹੜਾ ਹੈ ਨਾ ਉਹ ਸਾਡੇ ਨਾਲੋਂ ਥੋੜ੍ਹਾ ਡਿਫਰੈਂਟ ਹੁੰਦਾ ਹੈ। ਅਸੀਂ ਦੇਖਦੇ ਹਾਂ ਬੱਚੇ ਦਾ ਜਨਮ ਹੋਇਆ ਤੇ ਰੋਇਆ ਕਿਉਂ ਨਹੀਂ। ਜਦੋਂ ਤੱਕ ਰੋਏਗਾ ਨਹੀਂ ਸਾਨੂੰ ਆਪਣੇ ਆਪ ਨੂੰ ਤਸੱਲੀ ਨਹੀਂ ਹੁੰਦੀ। ਉਦੋਂ ਤੱਕ ਡਾਕਟਰ ਜਿਹੜਾ ਵਾ ਸਾਨੂੰ ਕਲੀਅਰ ਗੱਲ ਕੋਈ ਨਹੀਂ ਦੱਸੇਗਾ ਜਦੋਂ ਤੱਕ ਬੱਚਾ ਰੋਏਗਾ ਨਹੀਂ। ਉਹਨੂੰ ਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਰੋਵੇ, ਰੋਂਦਾ ਹੈ ਬੱਚਾ। ਪਰ ਜਿਹੜਾ ਆਤਮਿਕ ਜੀਵਨ ਵਾਲਾ ਰੱਬ ਦਾ ਪਿਆਰਾ ਪੁਰਖ ਹੈ ਨਾ, ਉਹ ਇਸ ਗੱਲ ਨੂੰ ਪਤਾ ਕਿਵੇਂ ਦੇਖਦਾ ਹੈ। ਉਹ ਕਹਿੰਦਾ ਜੀ ਇਹ ਬੱਚਾ ਰੋਇਆ, ਪਰ ਤੁਹਾਨੂੰ ਪਤਾ ਕਿ ਰੋਇਆ ਕਿਉਂ, ਕੀ ਰੀਜ਼ਨ ਸੀ ਇਹਦੇ ਰੋਣ ਦੇ ਪਿੱਛੇ? ਭਾਈ ਸਾਹਿਬ ਜੀ ਕਹਿੰਦੇ ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਬੱਚਾ ਰੋਇਆ, ਠੀਕ ਠਾਕ ਹੈ, ਸਹੀ ਸਲਾਮਤ ਹੈ, ਅਸੀਂ ਵਧਾਈਆਂ ਦੇਣੀਆਂ ਸ਼ੁਰੂ ਕਰਦੇ ਹਾਂ। ਪਰ ਭਾਈ ਸਾਹਿਬ ਜੀ ਕਹਿੰਦੇ ਅਸਲ 'ਚ ਉਹਦੇ ਰੋਣ ਦਾ ਰੀਜ਼ਨ ਇਹ ਹੈ ਕਿ ਉਹ ਉਸ ਪਰਮ ਸੁੱਖ ਦੇ ਨਾਲੋਂ ਟੁੱਟ ਗਿਆ। ਉਹਦੀ ਜੁੜੀ ਹੋਈ ਲਿਵ, ਜੁੜਿਆ ਹੋਇਆ ਕਨੈਕਸ਼ਨ ਜਿਹੜਾ ਸੀ ਨਾ ਮਾਤਾ ਦੇ ਗਰਭ ਦੇ ਵਿੱਚ ਰੱਬ ਦੇ ਨਾਲ ਜਿਹੜਾ ਜੁੜਿਆ ਹੋਇਆ ਸੀ, ਉਹ ਕਨੈਕਸ਼ਨ ਟੁੱਟ ਗਿਆ। ਉਹ ਸੁੱਖ, ਉਹ ਸੁੱਖਾਂ ਦਾ ਦਾਤਾ ਵਿਸਰ ਗਿਆ। ਬਸ ਉਹਦੇ ਵਿਸਰਨ ਦੀ ਦੇਰ ਸੀ, ਉਹਦੇ ਨਾਲੋਂ ਕਨੈਕਸ਼ਨ ਟੁੱਟਣ ਦੀ ਦੇਰ ਸੀ, ਬੱਚਾ ਰੋਂਦਾ ਹੈ, ਭਾਈ ਸਾਹਿਬ ਕਹਿੰਦੇ ਨੇ। ਤੇ ਅਸਲੀਅਤ ਵੀ ਸਾਧ ਸੰਗਤ ਇਹੀ ਹੈ। ਫਿਰਦੌਸੀ ਜੋ ਕਹਿ ਰਹੇ ਨੇ ਨਾ ਕਿ ਰੋਂਦਾ ਬੱਚਾ ਪੈਦਾ ਹੁੰਦਾ ਹੈ, ਜ਼ਿੰਦਗੀ ਭਰ ਰੋਂਦਾ ਰਹਿੰਦਾ ਹੈ ਤੇ ਮੌਤ ਦੇ ਟਾਈਮ ਤੇ ਵੀ ਰੋਂਦਿਆਂ ਹੀ ਜਾਂਦਾ ਹੈ, ਇਸ ਸੰਸਾਰ ਤੋਂ ਬਿਲਕੁਲ ਸੱਚ ਹੈ।
ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਯਤਨ ਬਹੁਤ ਸੁਖ ਕੇ ਕੀਏ। ਜਿਸ ਸੁੱਖ ਦੇ ਨਾਲੋਂ ਇਨਸਾਨ ਟੁੱਟਾ ਸੀ ਨਾ ਜਨਮ ਦੇ ਟਾਈਮ ਤੇ, ਉਸ ਸੁੱਖ ਦਾ ਇਸ ਨੂੰ ਕਿਤੇ ਚੇਤਾ ਵੀ ਨਹੀਂ ਰਹਿੰਦਾ। ਉਹ ਤੇ ਇਹਦੇ ਧਿਆਨ ਦੇ ਵਿੱਚੋਂ ਨਿਕਲ ਗਿਆ ਕਿ ਉਹ ਅਸਲੀ ਸੁੱਖ ਹੈ ਕਿਸ ਤਰ੍ਹਾਂ ਦਾ ਸੀ। ਉਹਨੂੰ ਖਿਆਲ ਭੁੱਲ ਚੁੱਕਾ ਹੈ ਉਸ ਸੁੱਖ ਦਾ, ਤੇ ਉਸ ਸੁੱਖ ਦੇ ਨਾਲ ਟੁੱਟ ਕੇ ਰੋ ਰਿਹਾ ਹੈ। ਸਾਰੀ ਜ਼ਿੰਦਗੀ ਉਸ ਸੁੱਖ ਵਾਸਤੇ ਭਟਕਦਾ ਹੈ। ਯਤਨ ਬਹੁਤ ਸੁੱਖ ਕੇ ਕੀਏ, ਸਾਰੀ ਜ਼ਿੰਦਗੀ ਭਟਕਦਾ ਹੈ। ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਆਣ ਕੇ ਕੀ ਮੰਗਦੇ ਹਾਂ? ਕਦੇ ਕਿਸੇ ਇਨਸਾਨ ਨੇ ਹੱਥ ਜੋੜ ਕੇ ਜਾਂ ਹੱਥ ਫੈਲਾ ਕੇ ਗੁਰੂ ਦੇ ਸਾਹਮਣੇ ਇਹ ਅਰਦਾਸ ਕੀਤੀ ਹੈ ਕਿ ਮੇਰੇ ਮਾਲਕ ਸੁੱਖ ਤਾਂ ਬੜੇ ਨੇ, ਕਿਤੇ ਦੁੱਖ ਵੀ ਇਸ ਝੋਲੀ 'ਚ ਪਾ? ਕੋਈ ਮੰਗਦਾ ਹੈ? ਨਹੀਂ ਮੰਗੇਗਾ। ਸਭ ਕੋ ਮੰਗਿਆ ਸੁੱਖ। ਹਰ ਇੱਕ ਇਨਸਾਨ ਜਿਹੜਾ ਹੈ ਨਾ, ਸੁੱਖ ਕਉ ਮੰਗਿਆ ਸਭ ਕੋ, ਦੁੱਖ ਨਾ ਮੰਗਿਆ ਕੋਈ। ਨਹੀਂ ਦੁੱਖ ਮੰਗੇਗਾ। ਪਰ ਅਸਲ ਦੇ ਵਿੱਚ ਇਨਸਾਨ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਆ, ਜਾਂ ਸੁੱਖ ਦੀ ਡੈਫੀਨੇਸ਼ਨ ਦਾ ਪਤਾ ਹੀ ਨਹੀਂ ਕਿ ਸੁੱਖ ਹੁੰਦਾ ਕੀ ਹੈ। ਅਸਲ ਦੇ ਵਿੱਚ ਨਾ ਸੁੱਖ ਦਾ ਪਤਾ ਹੀ ਨਹੀਂ ਕਿ ਹੈ ਕੀ। ਚਾਹੁੰਦੇ ਜ਼ਰੂਰ ਆ ਕਿ ਸਾਡੇ ਜੀਵਨ ਦੇ ਵਿੱਚ ਸੁੱਖ ਆ ਜਾਏ, ਪਰ ਖਿਆਲ ਕਰਿਓ ਸਾਧ ਸੰਗਤ, ਸਾਨੂੰ ਸੁੱਖ ਦਾ ਪਤਾ ਨਹੀਂ ਕਿ ਹੈ ਕੀ। ਜਿਸ ਦਿਨ ਪਤਾ ਲੱਗਿਆ ਨਾ, ਜਿਸ ਦਿਨ ਡੈਫੀਨੇਸ਼ਨ ਸਮਝ ਆ ਗਈ ਸੁੱਖ ਦੀ, ਉਸ ਦਿਨ ਸਾਡੇ ਜੀਵਨ ਦੇ ਵਿੱਚ ਅਸਲੀ ਸੁੱਖ ਆਉਣਾ ਹੈ। ਨਹੀਂ ਤਾਂ ਅਸੀਂ ਸਾਰੀ ਜ਼ਿੰਦਗੀ ਨਾ ਜਿਹੜੀ ਹੈ ਉਹ ਕੰਫਰਟ ਦੇ ਵਿੱਚ ਸਪੈਂਡ ਕਰਾਂਗੇ, ਸੁੱਖ ਜੀਵਨ 'ਚ ਨਹੀਂ ਆ ਸਕੇਗਾ। ਤੇ ਜੇਕਰ ਸੁੱਖ ਪ੍ਰਾਪਤ ਕਰਨਾ ਹੈ ਤੇ ਉਹਦੇ ਵਾਸਤੇ ਦੋ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ। ਇਹ ਨਾ ਹੋਵੇ ਕਿ ਜਿਹੜੇ ਫਰਦੋਸੀ ਜੀ ਕਹਿ ਰਹੇ ਨੇ ਕਿ ਰੋਂਦਿਆਂ ਹੀ ਇਹਦੀ ਜ਼ਿੰਦਗੀ ਬਤੀਤ ਹੁੰਦੀ ਹੈ। ਰੋਂਦਿਆਂ ਜ਼ਿੰਦਗੀ ਬਤੀਤ ਨਾ ਹੋਵੇ, ਉਹਦੇ ਲਈ ਕੀ ਕਰਨਾ ਪਏਗਾ? ਦੋ ਗੱਲਾਂ ਦਾ ਖਿਆਲ ਰੱਖਣਾ ਪਏਗਾ। ਹਾਂ, ਜਦੋਂ ਜਨਮ ਹੁੰਦਾ ਹੈ ਉਦੋਂ ਸਾਡੇ ਕੰਟਰੋਲ ਦੇ ਵਿੱਚ ਨਹੀਂ। ਉਦੋਂ ਬੱਚਾ ਪੈਦਾ ਹੋਇਆ ਰੋਏਗਾ, ਉਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਪਰ ਜਿਹੜੀ ਜ਼ਿੰਦਗੀ ਹੈ, ਜਨਮ ਤੋਂ ਬਾਅਦ ਵਾਲੀ ਜ਼ਿੰਦਗੀ ਹੈ, ਤੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਨਾ, ਇਸ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਸਮਝਿਓ ਮੇਰੀ ਇਸ ਗੱਲ ਨੂੰ। ਕੰਟਰੋਲ ਕਰਨ ਦਾ ਮਤਲਬ ਇਹ ਨਹੀਂ ਕਿ ਜਿੱਦਾਂ ਮੈਂ ਚਾਹਾਂਗਾ ਉੱਦਾਂ ਚੱਲੇਗੀ ਮੇਰੀ ਜ਼ਿੰਦਗੀ, ਨਹੀਂ। ਉਹ ਜਿਹੜਾ ਰੋਣ ਵਾਲਾ ਪ੍ਰੋਸੈਸ ਹੈ ਨਾ, ਜਿਸ ਦੀ ਗੱਲ ਫਿਰਦੌਸੀ ਜੀ ਕਹਿ ਰਹੇ ਨੇ ਕਿ ਜ਼ਿੰਦਗੀ 'ਚ ਰੋਂਦਾ ਹੈ ਤੇ ਮੌਤ ਦੇ ਸਮੇਂ ਤੱਕ ਰੋਂਦਾ ਹੀ ਰਹਿੰਦਾ ਹੈ ਤੇ ਰੋਂਦਾ ਹੀ ਚਲਾ ਜਾਂਦਾ ਹੈ, ਇਸ ਸਫ਼ਰ ਨੂੰ ਬੜੀ ਖੁਸ਼ੀ ਦੇ ਨਾਲ ਬਤੀਤ ਕੀਤਾ ਜਾ ਸਕਦਾ ਹੈ। ਬੜੇ ਸੁੱਖ ਦੇ ਵਿੱਚ ਇਸ ਨੂੰ ਬਤੀਤ ਕੀਤਾ ਜਾ ਸਕਦਾ ਹੈ। ਇਸ ਜ਼ਿੰਦਗੀ ਨੂੰ ਹੱਸਦਿਆਂ ਹੋਇਆਂ ਸਪੈਂਡ ਕੀਤਾ ਜਾ ਸਕਦਾ ਹੈ। ਪਰ ਉਹਦੇ ਵਾਸਤੇ ਮੇਨ ਤੌਰ 'ਤੇ ਦੋ ਗੱਲਾਂ ਦਾ ਧਿਆਨ ਰੱਖਣਾ ਪਏਗਾ ਸਾਧ ਸੰਗਤ। ਇਹਨਾਂ ਦੋ ਗੱਲਾਂ ਤੋਂ ਇਲਾਵਾ ਇੱਕ ਗੱਲ ਉਹ ਹੈ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉਹ ਇਹ ਹੈ ਕਿ ਰੱਬ ਦੇ ਨਾਲ ਜੁੜਨਾ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ। ਪਰ ਇਸ ਤੋਂ ਇਲਾਵਾ ਦੋ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਆਰਾਮਦਾਇਕ, ਬੜੀ ਸੁੱਖ ਦੇ ਨਾਲ ਬਤੀਤ ਹੋਵੇ। ਤੇ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਤੇ ਉਸ ਟਾਈਮ ਤੇ ਵੀ ਸਾਨੂੰ ਕੋਈ ਦੁੱਖ, ਕੋਈ ਝੋਰਾ, ਕੋਈ ਗਿਲਾ ਨਾ ਹੋਵੇ, ਕੋਈ ਕੰਪਲੇਨ ਨਾ ਸਾਡੇ ਅੰਦਰ ਹੋਵੇ, ਰੋਂਦੇ ਨਾ ਇਸ ਦੁਨੀਆ ਤੋਂ ਜਾਈਏ, ਸੁਰਖਰੂ ਹੋ ਕੇ, ਸੈਟਿਸਫਾਈ ਹੋ ਕੇ ਇਸ ਦੁਨੀਆ ਤੋਂ ਜਾਈਏ। ਉਹਦੇ ਵਾਸਤੇ ਦੋ ਗੱਲਾਂ ਨੇ ਸਾਧ ਸੰਗਤ। ਇੱਕ ਕੀ ਹੈ ਕਿ ਇਹ ਆਪਣਾ ਪੱਕਾ ਮਨ ਬਣਾ ਲਈਏ ਕਿ ਮੈਂ ਨੈਗੇਟਿਵ ਸੋਚਣਾ ਹੀ ਨਹੀਂ। ਮੈਂ ਨੈਗੇਟਿਵ ਸੋਚਣਾ ਹੀ ਨਹੀਂ। ਹਮੇਸ਼ਾ ਜੇ ਮੈਂ ਸੋਚ ਰੱਖਣੀ ਹੈ, ਜੇ ਮੈਂ ਥਿੰਕਿੰਗ ਰੱਖਣੀ ਹੈ ਤੇ ਪੋਜ਼ਿਟਿਵ। ਜਿਹੜੀ ਨੈਗੇਟਿਵ ਥਿੰਕਿੰਗ ਹੈ ਨਾ, ਇਹ ਵੀ ਅਸਲ ਦੇ ਵਿੱਚ ਜੀਵਨ ਦੇ ਵਿੱਚ ਸਾਨੂੰ ਦੁੱਖਾਂ ਦਾ ਸਾਹਮਣਾ ਕਰਨ 'ਤੇ ਮਜਬੂਰ ਕਰ ਦਿੰਦੀ ਹੈ। ਪੋਜ਼ਿਟਿਵ ਥਿੰਕਿੰਗ ਰੱਖੀਏ, ਹਰ ਇੱਕ ਪੱਖ ਤੋਂ ਪੋਜ਼ਿਟਿਵ ਸੋਚੀਏ। ਪਲ ਪਲ 'ਤੇ ਸਾਡੇ ਅੰਦਰ ਨਾ ਨੈਗੇਟਿਵ ਜਿਹੜੇ ਥਾਟਸ ਨੇ ਉਹ ਕ੍ਰੀਏਟ ਹੁੰਦੇ ਰਹਿੰਦੇ ਨੇ। ਇਹਨੂੰ ਨੈਗੇਟਿਵ ਐਨਰਜੀ ਵੀ ਆਪਾਂ ਕਹਿ ਲਈਏ। ਤੇ ਜੇ ਨੈਗੇਟਿਵ ਐਨਰਜੀ ਅਸੀਂ ਪ੍ਰੋਡਿਊਸ ਕਰਾਂਗੇ ਤੇ ਫਿਰ ਸਾਧ ਸੰਗਤ ਰੋਵਾਂਗੇ ਹੀ ਨਾ। ਸਾਡੀ ਜ਼ਿੰਦਗੀ ਤੇ ਫਿਰ ਦੁੱਖਾਂ ਦੇ ਵਿੱਚ ਹੀ ਸਪੈਂਡ ਹੋਏਗੀ ਨਾ। ਕਿੱਥੋਂ ਸੁੱਖ ਭਾਲ ਲਵਾਂਗੇ? ਹੈਪੀਨੈਸ ਸਾਡੀ ਜੀਵਨ ਦੇ ਵਿੱਚ ਕਿੱਥੋਂ ਆ ਜਾਏਗੀ? ਸੋ ਜੇਕਰ ਚਾਹੁੰਦੇ ਹਾਂ ਕਿ ਜ਼ਿੰਦਗੀ ਬਤੀਤ ਹੋਵੇ, ਸਭ ਤੋਂ ਪਹਿਲਾਂ ਨੈਗੇਟਿਵ ਥਾਟਸ ਜਿਹੜੇ ਨੇ ਨਾ ਉਹਨਾਂ ਨੂੰ ਆਪਾਂ ਤਿਆਗਣਾ ਸਟਾਰਟ ਕਰ ਦਈਏ। ਪੋਜ਼ਿਟਿਵ ਸੋਚੀਏ, ਹਰ ਪੱਖ ਤੋਂ ਪੋਜ਼ਿਟਿਵ ਸੋਚੀਏ। ਦੂਜੀ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਕਿ ਇੰਗਲਿਸ਼ 'ਚ ਵਿੱਚ ਕਹਿੰਦੇ ਨੇ ਜੀ, ਐਕਸਪੈਕਟੇਸ਼ਨਸ ਜਿਹੜੀਆਂ ਨੇ ਨਾ ਇਹ ਦੁੱਖਾਂ ਦਾ ਰੀਜ਼ਨ ਬਣਦੀਆਂ ਜੀ। ਐਕਸਪੈਕਟੇਸ਼ਨਸ, ਮੈਂ ਕਿਸੇ ਦੇ ਨਾਲ ਕੁਝ ਚੰਗਾ ਕਰ ਦਿੱਤਾ ਤੇ ਹੁਣ ਮੇਰੇ ਮਨ ਦੇ ਵਿੱਚ ਇਹ ਖੁਆਹਿਸ਼ ਹੈ ਕਿ ਜੇ ਮੈਂ ਉਹਦੇ ਨਾਲ ਚੰਗਾ ਕੀਤਾ ਹੈ ਤੇ ਮੈਂ ਚਾਹੁੰਦਾ ਕਿ ਉਹ ਵੀ ਮੇਰੇ ਨਾਲ ਚੰਗਾ ਹੀ ਕਰੇ। ਜੇ ਮੈਂ ਉਹਦੀ ਹੈਲਪ ਕੀਤੀ ਹੈ ਤੇ ਮੈਂ ਚਾਹੁੰਦਾ, ਮੇਰੇ ਮਨ ਦੇ ਵਿੱਚ ਇਹ ਡਿਜ਼ਾਇਰ ਹੈ, ਮੇਰੀ ਇੱਛਾ ਇਹ ਹੈ ਕਿ ਉਹ ਮੇਰੇ ਨਾਲ ਉਸੇ ਤਰ੍ਹਾਂ ਚੰਗਾ ਕਰੇ ਜਿਸ ਤਰ੍ਹਾਂ ਮੈਂ ਉਹਦੇ ਨਾਲ ਕੀਤਾ ਹੈ। ਤੇ ਜੇ
ਸੇਮ ਮੇਰੇ ਵਾਂਗ ਉਹ ਨਹੀਂ ਕਰਦਾ, ਮੈਂ ਐਕਸਪੈਕਟ ਕੀਤਾ ਸੀ ਨਾ ਕਿ ਉਹ ਮੇਰੇ ਵਾਂਗ ਕਰੇਗਾ ਜਿਸ ਤਰ੍ਹਾਂ ਮੈਂ ਕੀਤਾ, ਜੇ ਉਹ ਨਹੀਂ ਕਰਦਾ ਤੇ ਇਹਦੇ ਵਿੱਚੋਂ ਦੁੱਖ ਨਿਕਲਦਾ ਹੈ, ਫਿਰ ਜ਼ਿੰਦਗੀ ਰੋਂਦਿਆਂ ਬਤੀਤ ਹੁੰਦੀ ਹੈ। ਐਕਸਪੈਕਟੇਸ਼ਨਸ ਤੇ ਪੋਜ਼ਿਟਿਵ ਥਿੰਕਿੰਗ ਜਿਹੜੀ ਹੈ, ਪੋਜ਼ਿਟਿਵ ਥਿੰਕਿੰਗ ਲੈ ਕੇ ਆਉਣੀ ਪਏਗੀ ਤੇ ਐਕਸਪੈਕਟੇਸ਼ਨਸ ਨੂੰ ਛੱਡਣਾ ਪਏਗਾ। ਮੇਰੇ ਖਿਆਲ ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਪਿੱਛੇ ਜਿਹੇ ਵੀ ਇੱਕ ਵਿਚਾਰ ਸਾਂਝੀ ਕੀਤੀ ਸੀ ਕਿ ਮਾਂ ਬੱਚੇ ਨੂੰ ਪਾਲਦੀ ਹੈ, ਇੱਛਾ ਕੀ ਹੈ? ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ ਇੱਛਾ ਕੀ ਹੈ ਮਨ ਦੇ ਵਿੱਚ ਕਿ ਵੱਡਾ ਹੋਏਗਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਪਰ ਜਦੋਂ ਵੱਡਾ ਹੁੰਦਾ ਹੈ ਉਹੀ ਪੁੱਤਰ, ਮਾਫ ਕਰਨਾ ਸਾਰਿਆਂ ਦਾ ਮੈਂ ਜ਼ਿਕਰ ਨਹੀਂ ਜੀ ਕਰ ਰਿਹਾ, ਪਰ ਬਹੁਤਾਤ ਵਿੱਚ ਮੋਸਟਲੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਪਈ ਹੈ, ਮੋਸਟਲੀ ਕੀ ਹੋ ਰਿਹਾ ਹੈ ਕਿ ਬੱਚਾ ਵੱਡਾ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਉਹਦੇ ਆਪਣੇ ਬੱਚੇ ਹੁੰਦੇ ਨੇ ਤੇ ਮਾਂ ਪਿਓ ਨੂੰ ਉਹ ਸੰਭਾਲ ਨਹੀਂ ਸਕਦਾ ਤੇ ਉਹਨਾਂ ਨੂੰ ਲਿਜਾ ਕੇ ਤੇ ਓਲਡ ਏਜ ਹੋਮ ਦੇ ਵਿੱਚ ਛੱਡ ਆਉਂਦਾ ਹੈ। ਕੁਝ ਕਿਤੇ ਐਸੀਆਂ ਵੀ ਐਗਜ਼ੈਂਪਲਸ ਸਾਹਮਣੇ ਆਈਆਂ, ਓਲਡ ਏਜ ਹੋਮ ਤਾਂ ਛੱਡਣਾ ਕਿ ਮਾਂ ਪਿਓ ਨੂੰ ਗੱਡੀ ਤੇ ਬਿਠਾ ਕੇ, ਕਾਰ ਤੇ ਬਿਠਾ ਕੇ ਰੋਡ ਦੇ ਉੱਤੇ ਛੱਡ ਕੇ ਚਲੇ ਜਾਂਦੇ ਨੇ। ਐਸੇ ਵੀ ਪੁੱਤਰ ਦੁਨੀਆ ਦੇ ਵਿੱਚ ਮੌਜੂਦ ਨੇ। ਸੋ ਮਾਂ ਨੇ ਇਹ ਐਕਸਪੈਕਟ ਕੀਤਾ ਸੀ ਕਿ ਇਹ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ, ਬੁਢੇਪੇ ਦੀ ਲਾਠੀ ਬਣੇਗਾ, ਪਰ ਉਹ ਟੋਟਲੀ ਡਿਫਰੈਂਟ ਹੋ ਗਿਆ। ਜਿਸ ਨੇ ਸਹਾਰਾ ਬਣਨਾ ਸੀ, ਜਿਸ ਦੇ ਬਾਰੇ ਸੋਚਿਆ ਸੀ ਕਿ ਇਹ ਮੇਰੀ ਹੈਲਪ ਕਰੇਗਾ ਬੁਢੇਪੇ ਦੇ ਵਿੱਚ, ਉਹਨੇ ਹੀ ਘਰ ਤੋਂ ਬਾਹਰ ਕੱਢ ਦਿੱਤਾ। ਇੱਥੋਂ ਦੁੱਖ ਨਿਕਲਦਾ ਹੈ। ਇੱਕ ਪਤਨੀ ਆਪਣੇ ਪਤੀ ਦੇ ਕੋਲੋਂ ਐਕਸਪੈਕਟ ਕਰਦੀ ਹੈ, ਪਰ ਜਦੋਂ ਉਹਦੀ ਐਕਸਪੈਕਟੇਸ਼ਨਸ ਦੇ ਅਕੋਰਡਿੰਗਲੀ ਕੁਝ ਨਹੀਂ ਹੁੰਦਾ ਤੇ ਉੱਥੇ ਦੁੱਖ ਹੈ। ਉੱਥੇ ਫਿਰ ਵਿਚਾਰਾਂ ਦੀ ਵਿਰੋਧਤਾ ਹੈ, ਉੱਥੇ ਫਿਰ ਲੜਾਈ ਝਗੜਾ ਤੇ ਦੁੱਖ ਹੈ। ਸੋ ਇਹ ਦੋ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ। ਕਹਿੰਦੇ ਨੇ ਇੱਕ ਮਾਤਾ ਸੀ, ਉਹਦੀਆਂ ਦੋ ਕੁੜੀਆਂ, ਦੋ ਡਾਟਰਸ, ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਜੀ। ਇੱਕ ਕੁੜੀ ਦਾ, ਇੱਕ ਡਾਟਰ ਦਾ ਵਿਆਹ ਹੋਇਆ ਉਸ ਇਨਸਾਨ ਦੇ ਨਾਲ ਜਿਹਦਾ ਬਿਜ਼ਨਸ ਸੀ ਛਤਰੀਆਂ, ਅੰਬਰੇਲਾਸ ਉਹ ਸੈੱਲ ਕਰਦਾ ਸੀ, ਉਹਦੀ ਸ਼ਾਪ ਸੀ, ਉਹ ਸੈੱਲ ਕਰਦਾ ਸੀ ਅੰਬਰੇਲਾਸ। ਦੂਜੀ ਡਾਟਰ ਦਾ ਵਿਆਹ ਹੋਇਆ, ਉਹਦਾ ਜਿਹੜਾ ਪਤੀ ਹੈ ਉਹਦਾ ਕੰਮ ਹੈ ਜੀ ਨੂਡਲਸ ਸੈੱਲ ਕਰਨੇ, ਨੂਡਲਸ ਬਣਾਉਣੇ ਤੇ ਵੇਚਣੇ। ਤੇ ਉਹ ਜਿਹੜੀ ਔਰਤ ਹੈ ਨਾ ਜੀ, ਉਸ ਔਰਤ ਦਾ ਨਾਮ ਇਲਾਕੇ ਦੇ ਵਿੱਚ ਪਤਾ ਕੀ ਫੇਮਸ ਹੈ? ਕ੍ਰਾਈਂਗ ਵੂਮੈਨ। ਕਿਉਂਕਿ ਉਹ ਹਮੇਸ਼ਾ ਰੋਂਦੀ ਰਹਿੰਦੀ, ਤਕਰੀਬਨ ਆਲ ਦਾ ਟਾਈਮ, ਜ਼ਿਆਦਾਤਰ ਦੇਖੋ ਤੇ ਰੋਂਦੀ ਰਹਿੰਦੀ, ਅੱਖਾਂ ਦੇ ਵਿੱਚ ਹੰਝੂ। ਲੋਕਾਂ ਨੇ ਉਹਦਾ ਨਾਂ ਹੀ ਪਾ ਦਿੱਤਾ ਕਿ ਇਹ ਤਾਂ ਔਰਤ ਹੀ ਰੋਂਦੀ ਹੈ, ਇਹ ਰੋਂਦੀ ਔਰਤ ਹੈ, ਕ੍ਰਾਈਂਗ ਵੂਮੈਨ। ਤੇ ਕਿਸੇ ਨੇ ਉਹਨੂੰ ਕਿਹਾ, ਕਹਿਣ ਲੱਗਾ ਤੂੰ ਰੋਇਆ ਨਾ ਕਰ। ਕਹਿੰਦੀ ਮੈਂ ਰੋਵਾਂ ਨਾ ਤਾਂ ਕੀ ਕਰਾਂ? ਕਹਿੰਦਾ ਰੀਜ਼ਨ ਕੀ ਹੈ ਤੇਰੇ ਰੋਣ ਦਾ? ਕੋਈ ਵਾਈਸ ਮੈਨ ਸੀ, ਕਹਿੰਦਾ ਤੇਰਾ ਰੀਜ਼ਨ ਕੀ ਹੈ ਰੋਣ ਦਾ, ਕਿਉਂ ਰੋਨੀ ਹੈ? ਕਹਿੰਦੀ ਮੇਰੀ ਇੱਕ ਬੇਟੀ ਦਾ ਬਿਜ਼ਨਸ ਹੈ ਅੰਬਰੇਲਾ ਛਤਰੀਆਂ ਵੇਚਣ ਦਾ ਹੈ, ਦੂਜੀ ਜਿਹੜੀ ਹੈ ਉਹ ਨੂਡਲਸ ਸੈੱਲ ਕਰਦੀ ਹੈ। ਜਦੋਂ ਬਾਰਿਸ਼ ਹੋਵੇ ਤੇ ਮੈਂ ਸੋਚਦੀ ਹਾਂ ਕਿ ਬਾਰਿਸ਼, ਮੀਂਹ ਪੈ ਰਿਹਾ ਏ, ਤੇ ਮੀਂਹ ਪੈਣ ਦੇ ਨਾਲ ਮੇਰੀ ਉਸ ਲੜਕੀ ਨੇ, ਉਸ ਡਾਟਰ ਨੇ ਨੂਡਲਸ ਬਣਾਉਣੇ ਨੇ, ਉਹਨਾਂ ਨੂੰ ਸੁਕਾਉਣ ਵਾਸਤੇ, ਡਰਾਈ ਕਰਨ ਵਾਸਤੇ ਧੁੱਪ ਦੀ ਜ਼ਰੂਰਤ ਹੈ, ਸਨਸ਼ਾਈਨ ਦੀ ਜ਼ਰੂਰਤ ਹੈ। ਮੀਂਹ ਪੈਣ ਦੇ ਨਾਲ ਧੁੱਪ ਨਹੀਂ ਲੱਗੇਗੀ ਤੇ ਉਹ ਸੁੱਕਣਗੇ ਨਹੀਂ, ਤੇ ਜੇ ਸੁੱਕਣਗੇ ਨਹੀਂ ਤੇ ਫਿਰ ਉਹ ਵੇਚੇਗੀ ਕੀ, ਸੈੱਲ ਕੀ ਕਰੇਗੀ, ਉਹਦਾ ਬਿਜ਼ਨਸ ਕਿਵੇਂ ਚੱਲੇਗਾ? ਤੇ ਕਹਿੰਦੇ ਚਲੋ ਇਹ ਗੱਲ ਤਾਂ ਸਮਝ ਆਈ, ਪਰ ਦੂਜੀ ਡਾਟਰ ਬਾਰੇ ਤੂੰ ਕਿਉਂ ਚਿੰਤਾ ਕਰਦੀ? ਕਹਿੰਦੀ ਜਦੋਂ ਕਿਤੇ ਧੁੱਪ ਲੱਗ ਜਾਂਦੀ ਹੈ, ਮੀਂਹ ਨਹੀਂ ਪੈਂਦਾ, ਤੇ ਉਦੋਂ ਮੇਰੇ ਮਨ 'ਚ ਇਹ ਖਿਆਲ ਆਉਂਦਾ ਹੈ, ਨੈਗੇਟਿਵ ਥਾਟ, ਗੱਲ ਹੈ ਜੀ ਨੈਗੇਟਿਵ ਥਾਟ ਦੀ। ਮੇਰੇ ਮਨ 'ਚ ਉਦੋਂ ਇਹ ਖਿਆਲ ਆਉਂਦਾ ਹੈ ਕਿ ਧੁੱਪ ਲੱਗੀ ਹੋਈ ਹੈ, ਸੂਰਜ ਜਿਹੜਾ ਉਹ ਚਮਕਦਾ ਪਿਆ ਸਿਖਰ ਦੇ ਵਿੱਚ, ਮੀਂਹ ਨਹੀਂ ਪਏਗਾ ਤੇ ਮੇਰੀ ਉਸ ਡਾਟਰ ਦੀਆਂ ਛਤਰੀਆਂ, ਅੰਬਰੇਲਾਸ ਕਿਵੇਂ ਵਿਕਣਗੀਆਂ, ਉਹਦਾ ਬਿਜ਼ਨਸ ਕਿਵੇਂ ਚੱਲੇਗਾ, ਉਹਨੂੰ ਤਾਂ ਲਾਸ ਹੋ ਜਾਏਗਾ। ਬਸ ਇੱਥੇ ਪ੍ਰੋਬਲਮ ਖੜੀ ਹੈ। ਸੋਚਣਾ ਚਾਹੀਦਾ ਸੀ ਪੋਜ਼ਿਟਿਵ ਕਿ ਚਲੋ ਜੇ ਅੱਜ ਧੁੱਪ ਲੱਗੀ ਹੈ ਤੇ ਮੇਰੀ ਬੇਟੀ ਨੇ, ਮੇਰੀ ਉਸ ਡਾਟਰ ਨੇ ਕਾਫੀ ਨੂਡਲਸ ਤਿਆਰ ਕਰ ਲਏ ਹੋਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਿਸ਼ ਵੀ ਹੁੰਦੀ ਹੈ ਤੇ ਉਹਦੇ ਬਿਜ਼ਨਸ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਉਹਨੂੰ ਖੁਸ਼ ਹੋਣਾ ਚਾਹੀਦਾ ਸੀ, ਪਰ ਉਹ ਰੋਂਦੀ ਹੈ। ਕਿਉਂ? ਕਿਉਂਕਿ ਉਹ ਹਮੇਸ਼ਾ ਸੋਚਦੀ ਕੀ ਹੈ? ਨੈਗੇਟਿਵ। ਤੇ ਉਸ ਵਾਈਸ ਮੈਨ ਨੇ ਕਿਹਾ, ਕਹਿਣ ਲੱਗਾ ਤੂੰ ਇਸ ਨੂੰ ਇਸ ਤਰੀਕੇ ਦੇ ਨਾਲ ਨੈਗੇਟਿਵ ਜੋ ਲੈਂਦੀ ਹੈ, ਇਹਨੂੰ ਪੋਜ਼ਿਟਿਵ ਕਿਉਂ ਨਹੀਂ ਲੈਂਦੀ? ਤੂੰ ਪੋਜ਼ਿਟਿਵ ਕਿਉਂ ਨਹੀਂ ਸੋਚਦੀ ਕਿ ਜਦੋਂ ਧੁੱਪ ਲੱਗੀ ਹੈ ਤੇਰੀ ਬੇਟੀ ਨੇ ਕਾਫੀ ਨੂਡਲਸ ਤਿਆਰ ਕਰ ਲਏ, ਜਦੋਂ ਬਾਰਿਸ਼ ਹੋਈ ਤੇ ਬਾਰਿਸ਼ ਦੇ ਦੌਰਾਨ ਤੇਰੀ ਬੇਟੀ ਦੀਆਂ ਕਾਫੀ ਅੰਬਰੇਲਾਸ, ਛਤਰੀਆਂ ਜਿਹੜੀਆਂ ਨੇ ਉਹ ਸੈੱਲ ਹੋ ਗਈਆਂ, ਉਹਦਾ ਬਿਜ਼ਨਸ ਚੰਗਾ ਚੱਲੇਗਾ। ਕਿਉਂ ਨਹੀਂ ਇਸ ਤਰ੍ਹਾਂ ਪੋਜ਼ਿਟਿਵ ਸੋਚਦੀ? ਸੇਮ ਜਿਹੜੀ ਸਿਚੁਏਸ਼ਨ ਹੈ ਨਾ ਸਾਧ ਸੰਗਤ, ਸਾਡੇ ਨਾਲ ਵੀ ਹੋ ਰਹੀ ਹੈ। ਚਾਂਸ ਹੁੰਦਾ ਹੈ ਕਿ ਅਸੀਂ ਪੋਜ਼ਿਟਿਵ ਸੋਚੀਏ, ਪਰ ਪਤਾ ਨਹੀਂ ਕਿਉਂ ਅਸੀਂ ਪੋਜ਼ਿਟਿਵ ਥਿੰਕਿੰਗ ਵਾਲੇ ਪਾਸੇ ਫੇਸ ਹੀ ਨਹੀਂ ਕਰਦੇ।
ਹਮੇਸ਼ਾ ਜੇਕਰ ਸਾਡੇ ਅੰਦਰ ਵਿਚਾਰ ਚੱਲਦੇ ਨੇ ਤਾਂ ਨੈਗੇਟਿਵ ਚੱਲਦੇ ਨੇ, ਅਤੇ ਜੇਕਰ ਨੈਗੇਟਿਵ ਵਿਚਾਰ ਚੱਲਣਗੇ ਤਾਂ ਸਾਧ ਸੰਗਤ ਤੇ ਖਿਆਲ ਕਰਿਓ ਫਿਰ ਫਿਰਦੌਸੀ ਜੀ ਦੀ ਗੱਲ ਜਿਹੜੀ ਹੈ ਉਹ ਸੱਚੀ ਹੋਏਗੀ। ਪੈਦਾ ਤਾਂ ਰੋਂਦੇ ਹੋਏ ਸੀ, ਜ਼ਿੰਦਗੀ ਵੀ ਫਿਰ ਰੋਂਦਿਆਂ ਬਤੀਤ ਹੋਏਗੀ। ਅਤੇ ਦੂਜੀ ਗੱਲ ਜਿਹੜੀ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਇਨਸਾਨ ਨੂੰ ਕਦੇ ਸੁਖੀ ਕਰ ਹੀ ਨਹੀਂ ਸਕਦੀਆਂ। ਹਾਂ, ਜੇਕਰ ਇਸ ਤਰ੍ਹਾਂ ਹੋ ਜਾਏ ਕਿ ਇਨਸਾਨ ਪਰਮਾਤਮਾ ਦੇ ਨਾਲ ਜੁੜ ਜਾਏ, ਫਿਰ ਇਹ ਜਿਹੜੀਆਂ ਦੋਨੋਂ ਗੱਲਾਂ ਨੇ ਨਾ ਜੀ, ਵਾਰ-ਵਾਰ ਕਿਉਂ ਗੁਰੂ ਸਾਹਿਬ ਕਈ ਕਹਿੰਦੇ ਨੇ ਜੀ ਬਾਣੀ ਦੇ ਵਿੱਚ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੈਪੀਟੇਸ਼ਨ ਬੜਾ ਹੈ, ਬਹੁਤ ਜ਼ਿਆਦਾ ਰੈਪੀਟੇਸ਼ਨ ਹੈ ਜੀ। ਬਹੁਤ ਕਹਿੰਦੇ ਨੇ ਇਹੋ ਜਿਹੇ ਸਾਡੇ ਵਿੱਚ ਲੋਕ ਹੈ ਮੌਜੂਦ ਨੇ, ਕਹਿੰਦੇ ਜੀ ਬੜਾ ਦੁਹਰਾ, ਪੰਜਾਬੀ 'ਚ ਕਹਿੰਦੇ ਨੇ ਦੁਹਰਾ, ਰੈਪੀਟੇਸ਼ਨ ਬਹੁਤ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਤੇ ਖਿਆਲ ਕਰਿਓ ਸਾਧ ਸੰਗਤ, ਸਾਡੀ ਜ਼ਿੰਦਗੀ ਹੀ ਰੈਪੀਟੇਸ਼ਨ ਦੇ ਉੱਤੇ ਖੜੀ ਹੈ। ਜੇਕਰ ਰੈਪੀਟੇਸ਼ਨ ਨਾ ਸਾਡੀ ਲਾਈਫ ਦੇ ਵਿੱਚ ਹੋਵੇ ਤੇ ਹੁਣ ਨੂੰ ਇਹ ਸਾਰਾ ਸੰਸਾਰ ਹੀ ਖਤਮ ਹੋ ਗਿਆ ਹੁੰਦਾ। ਆ ਸਾਡੇ ਸਵਾਸ, ਸਾਡੇ ਸਾਹ ਜਿਹੜੇ ਚੱਲਦੇ ਪਏ ਨੇ, ਇਹ ਰੈਪੀਟੇਸ਼ਨ ਤਾਂ ਹੈ। ਇੱਕ ਸਵਾਸ ਅੰਦਰ ਗਿਆ ਹੈ, ਬਾਹਰ ਨਿਕਲਿਆ ਹੈ, ਅੰਦਰ ਗਿਆ, ਇਹ ਰੈਪੀਟੇਸ਼ਨ ਹੀ ਤਾਂ ਹੈ। ਇਹ ਕੀ ਹੈ ਕਿ ਮੈਂ ਜੇ ਕਹਾਂ ਕਿ ਮੈਂ ਰੈਪੀਟੇਸ਼ਨ ਨਹੀਂ ਬਰਦਾਸ਼ਤ ਕਰ ਸਕਦਾ, ਮੈਨੂੰ ਚੰਗਾ ਨਹੀਂ ਲੱਗਦਾ, ਮੈਂ ਇਹਨੂੰ ਰੋਕਣਾ ਹੈ, ਅਤੇ ਜੇਕਰ ਮੈਂ ਆਪਣਾ ਸਵਾਸ ਰੋਕ ਕੇ ਬੈਠ ਜਾਵਾਂਗਾ ਕਿ ਮੈਂ ਇਹਨੂੰ ਰਿਪੀਟ ਨਹੀਂ ਹੋਣ ਦੇਣਾ, ਤੇ ਕੀ ਮੈਂ ਜਿਉਂਦਾ ਰਹਿ ਸਕਾਂਗਾ? ਕਦੇ ਵੀ ਨਹੀਂ, ਮਰ ਜਾਵਾਂਗਾ। ਕੁਝ ਸਮੇਂ ਬਾਅਦ ਹੀ, ਕੁਝ ਪਲਾਂ ਦੇ ਵਿੱਚ ਹੀ, ਕੁਝ ਸੈਕਿੰਡਸ ਦੇ ਵਿੱਚ ਹੀ ਮੇਰੀ ਮੌਤ ਹੋ ਜਾਏਗੀ। ਖੁਰਾਕ ਭੋਜਨ ਆਪਾਂ ਖਾਂਦੇ ਹਾਂ ਜੀ, ਇਹ ਰੈਪੀਟੇਸ਼ਨ ਹੀ ਤਾਂ ਹੈ। ਸਵੇਰੇ ਬ੍ਰੇਕਫਾਸਟ ਕਰਦੇ ਹਾਂ, ਦੁਪਹਿਰ ਨੂੰ ਲੰਚ ਕਰਦੇ ਹਾਂ, ਵਿੱਚ ਵਿੱਚ ਕਿਤੇ ਬਰੰਚ ਵੀ ਆ ਜਾਂਦਾ ਹੈ, ਚਾਹ ਵੀ ਪੀਂਦੇ ਹਾਂ, ਰਾਤ ਨੂੰ ਫਿਰ ਡਿਨਰ ਵੀ ਕਰਦੇ ਹਾਂ, ਅਗਲਾ ਦਿਨ ਫਿਰ ਚੜ੍ਹ ਜਾਂਦਾ, ਫਿਰ ਸੇਮ ਪ੍ਰੋਸੈਸ ਚੱਲਦਾ ਹੈ। ਕੀ ਇਹ ਰੈਪੀਟੇਸ਼ਨ ਨਹੀਂ ਹੈ? ਜਦੋਂ ਸਾਡੀ ਜ਼ਿੰਦਗੀ ਦੀ ਗੱਲ ਆਉਂਦੀ ਹੈ ਉੱਥੇ ਸਾਨੂੰ ਰੈਪੀਟੇਸ਼ਨ ਅਸੈਪਟ, ਅਸੀਂ ਐਗਰੀ ਕਰਦੇ ਹਾਂ, ਪਰ ਜਦੋਂ ਆਤਮਿਕ ਜੀਵਨ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਕਹਿੰਦੇ ਜੀ ਬੜਾ ਰੈਪੀਟੇਸ਼ਨ ਹੈ। ਉਹ ਉਸ ਰੈਪੀਟੇਸ਼ਨ ਦਾ ਵੀ ਇੱਕ ਰੀਜ਼ਨ ਹੈ। ਵਾਰ-ਵਾਰ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਪਏ ਨੇ, ਐਮਫਾਸਾਈਜ਼ ਕਰਦੇ ਪਏ ਨੇ ਹਰ ਇੱਕ ਗੱਲ ਦੇ ਉੱਤੇ ਕਿ ਤੂੰ ਆਪਣੇ ਜੀਵਨ ਦੇ ਵਿੱਚ ਇਸ ਨੂੰ ਫੋਲੋ ਕਰ। ਅਤੇ ਜੇਕਰ ਇਸ ਹਰ ਇੱਕ ਗੱਲ ਨੂੰ ਫੋਲੋ ਕਰ ਲਿਆ ਜਾਵੇ ਜੀਵਨ ਦੇ ਵਿੱਚ, ਤੇ ਸਾਧ ਸੰਗਤ ਫਿਰ ਨੈਗੇਟਿਵਿਟੀ ਸਾਡੇ ਜੀਵਨ ਦੇ ਵਿੱਚੋਂ ਚਲੀ ਜਾਏਗੀ। ਫਿਰ ਸਾਡੇ ਜੀਵਨ ਦੇ ਵਿੱਚ ਨਾ ਪੋਜ਼ੀਟਿਵ ਥਿੰਕਿੰਗ ਕ੍ਰੀਏਟ ਹੋ ਜਾਏਗੀ। ਹਰ ਪੱਖ ਤੋਂ, ਹਰ ਪੁਆਇੰਟ ਆਫ, ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਸਾਡੇ ਜੀਵਨ ਦੇ ਵਿੱਚ ਆ ਜਾਵੇ, ਪ੍ਰੋਬਲਮ ਹੀ ਸਾਡੇ ਸਾਹਮਣੇ ਕਿਉਂ ਨਾ ਖੜੀ ਹੋ ਜਾਵੇ ਬਹੁਤ ਵੱਡੀ, ਉਸ ਪ੍ਰੋਬਲਮ ਦੇ ਸਮੇਂ ਵੀ ਸਾਡੇ ਅੰਦਰ ਨੈਗੇਟਿਵ ਥਾਟ ਕਦੀ ਨਹੀਂ ਪੈਦਾ ਹੋਏਗਾ। ਇਹਦੇ ਨਾਲ ਜੁੜ ਗਏ ਤੇ ਜਦੋਂ ਇਹਦਾ ਲੜ ਪਕੜ ਲਵਾਂਗੇ ਨਾ ਆਪਾਂ, ਫਿਰ ਨੈਗੇਟਿਵਿਟੀ ਸਾਡੇ ਜੀਵਨ ਦੇ ਵਿੱਚੋਂ ਹਮੇਸ਼ਾ ਵਾਸਤੇ ਚਲੀ ਜਾਏਗੀ। ਪੋਜ਼ੀਟਿਵ ਥਿੰਕਿੰਗ ਆ ਗਈ, ਫਿਰ ਅਸੀਂ ਦੁਨੀਆ ਦੇ ਕੋਲੋਂ, ਲੋਕਾਂ ਦੇ ਕੋਲੋਂ ਐਕਸਪੈਕਟ ਕੁਛ ਨਹੀਂ ਕਰਾਂਗੇ। ਆਪਣਾ ਫਰਜ਼ ਸਮਝਦਿਆਂ ਹੋਇਆਂ ਜਿੰਨਾ ਕੁ ਹੋ ਪਾਏਗਾ, ਕਿਸੇ ਦੀ ਹੈਲਪ ਕੀਤੀ ਹੈ, ਕੀਤੀ ਜਾਵੇਗੀ, ਕਰਦੇ ਰਹਾਂਗੇ, ਪਰ ਬਦਲੇ ਵਿੱਚ ਅਸੀਂ ਉਹਨਾਂ ਦੇ ਕੋਲੋਂ ਕੁਝ ਨਹੀਂ ਚਾਹਾਂਗੇ। ਹਾਂ, ਆਪਣੀ ਖੁਸ਼ੀ ਦੇ ਨਾਲ, ਜੇਕਰ ਉਹ ਬੰਦਾ ਆਪਣਾ ਫਰਜ਼ ਸਮਝਦਿਆਂ ਹੋਇਆ, ਜੇਕਰ ਅੱਜ ਮੈਂ ਕਿਸੇ ਦੇ ਨਾਲ ਚੰਗਾ ਕੀਤਾ ਹੈ ਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਇਹਨੇ ਮੇਰੇ ਨਾਲ ਠੀਕ ਕੀਤਾ ਤੇ ਉਹ ਵੀ ਮੇਰੇ ਨਾਲ ਠੀਕ ਕਰੇ, ਉਹ ਓਕੇ ਹੈ, ਪਰ ਮੈਂ ਐਕਸਪੈਕਟ ਨਹੀਂ ਕਰਾਂਗਾ ਕਿ ਉਹ ਬੰਦਾ ਮੇਰੇ ਵਾਂਗ ਹੀ ਬਿਹੇਵੀਅਰ ਮੇਰੇ ਨਾਲ ਕਰੇ। ਸੋ ਇਹ ਇਸ ਕਰਕੇ ਗੁਰੂ ਸਾਹਿਬ ਵਾਰ-ਵਾਰ ਬਾਣੀ ਦੇ ਵਿੱਚ ਸਾਨੂੰ ਕਹਿੰਦੇ ਨੇ ਕਿ ਭਲਿਆ ਤੂੰ ਗੁਰੂ ਚਰਨਾਂ ਦੇ ਨਾਲ ਜੁੜ, ਜੇਕਰ ਤੂੰ ਜੀਵਨ ਨੂੰ ਆਨੰਦਮਈ ਤਰੀਕੇ ਦੇ ਨਾਲ ਬਤੀਤ ਕਰਨਾ ਚਾਹੁੰਦਾ ਹੈ। ਤੇ ਹਾਂ, ਜੇਕਰ ਰੋਂਦਿਆਂ ਹੀ ਜ਼ਿੰਦਗੀ ਬਤੀਤ ਕਰਨੀ ਹੈ ਤੇ ਫਿਰ ਨੈਗੇਟਿਵਿਟੀ ਤੇ ਐਕਸਪੈਕਟੇਸ਼ਨਸ ਕਾਫੀ ਨੇ ਸਾਡੀ ਜ਼ਿੰਦਗੀ ਨੂੰ ਰੂਨ ਕਰਨ ਵਾਸਤੇ, ਬਰਬਾਦ, ਵੇਸਟ ਕਰਨ ਵਾਸਤੇ। ਇਹ ਦੋਨੋਂ ਚੀਜ਼ਾਂ ਹੀ ਕਾਫੀ ਨੇ, ਹੋਰ ਬਹੁਤਾ ਕੁਝ ਸਾਨੂੰ ਜ਼ਰੂਰਤ ਨਹੀਂ। ਇਹ ਦੋ ਚੀਜ਼ਾਂ ਹੀ ਸਾਡੀ ਇਸ ਲਾਈਫ ਨੂੰ, ਪ੍ਰਾਈਸਲੈਸ ਲਾਈਫ ਨੂੰ ਵੇਸਟ ਕਰਨ ਦੀ ਸਮਰੱਥਾ ਰੱਖਦੀਆਂ ਨੇ। ਸੋ ਗੁਰੂ ਤੇਗ ਬਹਾਦਰ ਮਹਾਰਾਜ ਇਸੇ ਕਰਕੇ ਕਹਿ ਰਹੇ ਨੇ, ਕਹਿਣ ਲੱਗੇ ਯਤਨ ਬਹੁਤ ਸੁੱਖ ਕੇ ਕੀਏ, ਬੜੇ ਯਤਨ ਕੀਤੇ, ਬੜੀ ਦੌੜ ਭੱਜ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਪੜ੍ਹਿਓ ਕਿਤੇ, ਪਾਤਸ਼ਾਹ ਜੀ ਪਤਾ ਕੀ ਕਹਿੰਦੇ? ਕਹਿੰਦੇ ਵਿੱਤ ਨਵਿਤ ਭ੍ਰਮਿਓ ਬਹੁ ਭਾਂਤੀ ਅਨਕ ਯਤਨ ਕਰਤਾਏ। ਵਿੱਤ ਦਾ ਮਤਲਬ ਹੁੰਦਾ ਹੈ ਧਨ, ਨਵਿਤ ਦਾ ਮਤਲਬ ਹੁੰਦਾ ਜੀ ਧਨ ਦੇ ਕਾਰਨ, ਮਾਇਆ ਦੇ ਕਾਰਨ, ਪੈਸੇ ਦੇ ਕਰਕੇ ਬੜੀ ਦੌੜ ਭੱਜ ਕੀਤੀ। ਸਾਰਾ ਦਿਨ ਅਸੀਂ ਦੌੜ ਭਾਜੀ ਦਾ ਕਰਦੇ ਹਾਂ ਜੀ। ਸਵੇਰੇ ਗੁਰੂ ਸਾਹਿਬ ਕਹਿੰਦੇ ਰਾਤ ਜੇ ਸੋਵੈਂ ਦਿਨ ਕਰੇ ਕਾਮ, ਰਾਤ ਨੂੰ ਸੌਂਦੇ ਹਾਂ, ਦਿਨ ਚੜ੍ਹਦਾ ਹੈ, ਜਾਗਦੇ ਹਾਂ ਜੀ, ਤਿਆਰ ਹੋ ਕੇ ਬ੍ਰੇਕਫਾਸਟ ਕਰਕੇ ਨਿਕਲ ਜਾਂਦੇ ਘਰੋਂ, ਸਾਰਾ ਦਿਨ ਦੌੜ ਭਾਜੀ ਤਾਂ ਚੱਲਦੀ ਹੈ। ਉਹ ਵੱਖਰੀ ਗੱਲ ਹੈ, ਅਸੀਂ ਆਫਿਸ ਦੇ ਵਿੱਚ ਬੈਠੇ ਹੋਏ ਹਾਂ ਤੇ ਅਸੀਂ ਸੋਚਾਂਗੇ ਜੀ ਆਫਿਸ ਦੇ ਵਿੱਚ ਬੈਠ ਕੇ ਕਿਹੜੀ ਦੌੜ ਭੱਜ ਹੈ, ਪਰ ਖਿਆਲ ਕਰਿਓ ਸਾਧ ਸੰਗਤ, ਸਾਡੇ ਅੰਦਰ ਦੌੜ ਲੱਗੀ ਹੋਈ ਹੈ।
ਭਾਵੇਂ ਅਸੀਂ ਆਫਿਸ ਦੇ ਵਿੱਚ 에ਅਰਕੌਨ ਦੇ ਵਿੱਚ ਬੈਠੇ ਹੋਏ ਹਾਂ, ਪਰ ਸਾਡੇ ਅੰਦਰ ਦੌੜ ਲੱਗੀ ਹੋਈ ਹੈ, ਸਾਡੇ ਅੰਦਰ ਵਿਚਾਰਾਂ ਦੀ ਦੌੜ ਚੱਲਦੀ ਪਈ ਹੈ। ਤੇ ਗੁਰੂ ਸਾਹਿਬ ਕਹਿੰਦੇ ਸਾਰਾ ਦਿਨ ਹੀ ਦੌੜਦਾ ਰਹਿੰਦਾ ਇਨਸਾਨ ਪੈਸੇ ਦੀ ਖਾਤਰ। ਤੇ ਪੈਸਾ ਕਾਹਦੇ ਵਾਸਤੇ, ਮਾਇਆ ਕਾਹਦੇ ਵਾਸਤੇ? ਕਿ ਮੇਰਾ ਜੀਵਨ ਸੁਖੀ ਹੋ ਜਾਏ, ਮੇਰੀ ਲਾਈਫ ਜਿਹੜੀ ਹੈ ਨਾ ਉਹ ਆਰਾਮ ਦੇ ਨਾਲ ਬਤੀਤ ਹੋ ਜਾਏ, ਮੇਰੇ ਜੀਵਨ ਦੇ ਵਿੱਚ ਸੁੱਖ ਆ ਜਾਣ। ਪਰ ਖਿਆਲ ਕਰਿਓ, ਪੈਸਾ ਕਦੇ ਸੁੱਖ ਨਹੀਂ ਜੇ ਲੈ ਕੇ ਆਉਂਦਾ। ਪੈਸਾ ਪਤਾ ਕੀ ਲੈ ਕੇ ਆਉਂਦਾ ਜੀ? ਚਿੰਤਾ। ਪੈਸਾ ਚਿੰਤਾ ਲੈ ਕੇ ਆਉਂਦਾ ਹੈ। ਪੈਸੇ ਨੇ ਸੁੱਖ ਕਦੇ ਨਹੀਂ ਜੀ ਲਿਆਂਦੇ ਅੱਜ ਤੱਕ। ਪੈਸਾ ਕੰਫਰਟ ਲੈ ਕੇ ਆਏਗਾ, ਸੁੱਖ ਨਹੀਂ ਲੈ ਕੇ ਆਏਗਾ। ਚਿੰਤਾ ਲੈ ਕੇ ਆਏਗਾ, ਮਨ ਦਾ ਟਿਕਾ ਨਹੀਂ ਲੈ ਕੇ ਆਏਗਾ। ਤੇ ਖਿਆਲ ਕਰਿਓ, ਜਿਸ ਪੈਸੇ ਦੇ ਕੋਲੋਂ ਸੁੱਖ ਮਿਲਣਾ ਹੀ ਨਹੀਂ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਤੇ ਨਹੀਂ ਕਿਹਾ, ਕੋਈ ਐਸੀ ਪੰਕਤੀ ਜਾਂ ਕੋਈ ਐਸਾ ਬਚਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ ਮਿਲੇਗਾ ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਹੋਵੇ ਕਿ ਤੂੰ ਮਾਇਆ ਨੂੰ ਬਿਲਕੁਲ ਛੱਡ ਹੀ ਦੇ। ਨਹੀਂ ਕਿਹਾ ਕਿਤੇ ਵੀ। ਗੁਰੂ ਸਾਹਿਬ ਨੇ ਕਿਹਾ ਤੂੰ ਅਟੈਚ ਨਾ ਹੋ ਇਹਦੇ ਨਾਲ, ਤੂੰ ਓਨੈਸਟ ਲਿਵਿੰਗ ਕਰ, ਕਿਰਤ ਕਰ, ਦਸਾਂ ਨੌਵਾਂ ਦੀ ਕਮਾਈ ਕਰ, ਪੈਸਾ ਕਮਾ, ਪਰ ਉਹਦੇ ਨਾਲ ਇੰਨਾ ਵੀ ਅਟੈਚ ਨਾ ਹੋ ਕਿ ਤੈਨੂੰ ਪੈਸੇ ਤੋਂ, ਮਾਇਆ ਤੋਂ ਇਲਾਵਾ ਨਜ਼ਰ ਹੀ ਕੁਝ ਨਾ ਆਵੇ। ਇਸ ਤੋਂ ਇਲਾਵਾ ਵੀ ਬੜੀਆਂ ਜ਼ਰੂਰੀ ਚੀਜ਼ਾਂ ਨੇ। ਬਸ ਹੋ ਕੀ ਰਿਹਾ ਕਿ ਯਤਨ ਬਹੁਤ ਸੁੱਖ ਕੇ ਕੀਏ। ਯਤਨ ਦਾ ਮਤਲਬ ਹੁੰਦਾ ਜੀ ਕੋਸ਼ਿਸ਼, ਦੌੜ ਭੱਜ। ਬੜੀ ਕੋਸ਼ਿਸ਼ ਕੀਤੀ ਹੈ ਜੀ ਸੁੱਖ ਦੇ ਲਈ, ਸਾਰਾ ਦਿਨ ਟਿਕਾ ਹੀ ਨਹੀਂ, ਸਾਰੀ ਜ਼ਿੰਦਗੀ ਟਿਕਾ ਨਹੀਂ ਆਇਆ ਜ਼ਿੰਦਗੀ ਦੇ ਵਿੱਚ, ਪਰ ਸੁੱਖ ਫੇਰ ਨਹੀਂ ਆਇਆ। ਸੁੱਖ ਦਾ ਸਾਹਮਣਾ ਫੇਰ ਨਹੀਂ ਮੈਂ ਕਰ ਪਾਇਆ। ਸਤਿਗੁਰੂ ਜੀ ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਦੁੱਖ ਦੀ ਕੋਸ਼ਿਸ਼ ਤਾਂ ਮੈਂ ਕੀਤੀ ਕੋਈ ਨਹੀਂ, ਕੀਤੀ ਕਿਸੇ ਨੇ ਕੋਈ ਟਰਾਈ ਦੁੱਖ ਵਾਸਤੇ? ਦੁੱਖ ਤਾਂ ਆਪਣੇ ਆਪ ਆਉਂਦੇ ਨੇ। ਸੁੱਖ ਦੇ ਵਾਸਤੇ ਇਨਸਾਨ ਯਤਨ ਕਰਦਾ ਹੈ, ਕੋਸ਼ਿਸ਼ ਕਰਦਾ ਹੈ। ਦੁੱਖ ਵਾਸਤੇ ਕੋਸ਼ਿਸ਼ ਕੋਈ ਨਹੀਂ ਜੇ ਕੀਤੀ ਜਾਂਦੀ, ਆਪਣੇ ਆਪ ਆਉਂਦੇ ਨੇ। ਤੇ ਆਪਣੇ ਆਪ ਕਿੱਥੋਂ ਆ ਰਹੇ ਨੇ? ਆ ਜਿਹੜੀ ਪਹਿਲਾਂ ਗੱਲ ਕੀਤੀ ਨਾ, ਨੈਗੇਟਿਵਿਟੀ ਤੇ ਐਕਸਪੈਕਟੇਸ਼ਨਸ, ਇਹ ਲੈ ਕੇ ਆਉਂਦੀਆਂ ਨੇ, ਹੋਰ ਕਿਤੋਂ ਨਹੀਂ ਆ ਰਹੇ। ਕੋਈ ਮੈਨੂੰ ਦੁਖੀ ਨਹੀਂ ਕਰ ਰਿਹਾ। ਮੇਰੇ ਮਨ ਦੇ ਵਿੱਚੋਂ ਇਹ ਖਿਆਲ ਨਿਕਲ ਜਾਣਾ ਚਾਹੀਦਾ ਹੈ ਕਿ ਮੇਰੇ ਗੁਆਂਢੀ ਨੇ ਜਾਂ ਮੇਰੇ ਕੋਲੀਗ ਨੇ ਮੇਰੇ ਨਾਲ ਕੁਝ ਗਲਤ ਕੀਤਾ ਹੈ ਤਾਂ ਮੇਰੇ ਜੀਵਨ 'ਚ ਦੁੱਖ ਆਇਆ। ਨਹੀਂ, ਉਹਦੇ ਕਰਕੇ ਨਹੀਂ ਆਇਆ, ਮੇਰੇ ਆਪਣੇ ਕਰਕੇ ਇਹ ਪ੍ਰੋਬਲਮਸ, ਇਹ ਦੁੱਖ, ਇਹ ਪੇਨ ਮੈਂ ਫੇਸ ਕਰਦਾ ਪਿਆ। ਤੇ ਸਤਿਗੁਰੂ ਜੀ ਕਹਿੰਦੇ ਤੂੰ ਇੱਕ ਕੰਮ ਕਰ, ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਇਹ ਮੇਰਾ ਮਨਾ ਕਹਿੰਦੇ ਤੂੰ ਸੁਣ ਕਿ ਜੋ ਰੱਬ ਕਰਦਾ ਹੈ ਹੋਣਾ ਉਸੇ ਤਰ੍ਹਾਂ ਹੀ ਹੈ। ਬਸ ਤੂੰ ਇੰਨੀ ਕੁ ਗੱਲ ਨੂੰ ਆਪਣੇ ਪੱਲੇ ਬੰਨ੍ਹ ਲਾ। ਇੱਕ ਰੱਬ ਦੇ ਨਾਲ ਜੁੜ ਜਾ, ਜਿਹੜਾ ਸੁੱਖਾਂ ਦਾ ਸੋਮਾ ਹੈ, ਦਾ ਸੋਰਸ ਆਫ ਪੀਸ, ਸੋਰਸ ਆਫ ਹੈਪੀਨੈਸ, ਇਹਦੇ ਨਾਲ ਜੁੜ ਜਾ। ਤੇ ਜਦੋਂ ਇਹਦੇ ਨਾਲ ਜੁੜ ਜਾਵੇਂਗਾ ਫਿਰ ਤੇਰੇ ਅੰਦਰ ਨੈਗੇਟਿਵ ਥਾਟ ਕ੍ਰੀਏਟ ਨਹੀਂ ਹੋਣਗੇ, ਫਿਰ ਤੂੰ ਕਿਸੇ ਦੇ ਕੋਲੋਂ ਕੁਝ ਵੀ ਐਕਸਪੈਕਟ ਨਹੀਂ ਕਰੇਗਾ। ਤੇ ਜਦੋਂ ਇਹ ਦੋ ਗੁਣ ਤੇਰੇ ਜੀਵਨ ਦੇ ਵਿੱਚ ਆ ਗਏ ਤੇ ਫਿਰ ਤੇਰੀ ਜ਼ਿੰਦਗੀ ਜਿਹੜੀ ਹੈ ਨਾ ਬੜੇ ਆਰਾਮ ਦੇ ਨਾਲ, ਬੜੀ ਆਨੰਦਦਾਇਕ ਬਤੀਤ ਹੋਏਗੀ। ਤੇਰੀ ਜ਼ਿੰਦਗੀ ਦੇ ਵਿੱਚ ਹੈਪੀਨੈਸ ਆ ਜਾਏਗੀ, ਪੀਸ ਆਫ ਮਾਈਂਡ ਤੈਨੂੰ ਮਿਲ ਜਾਏਗਾ, ਮਨ ਟਿਕਾ ਦੇ ਵਿੱਚ ਆ ਜਾਏਗਾ। ਫਿਰ ਤੇਰੀ ਜ਼ਿੰਦਗੀ ਰੋਂਦਿਆਂ ਬਤੀਤ ਨਹੀਂ ਹੋਏਗੀ। ਜਿਹੜੀ ਫਿਰਦੌਸੀ ਜੀ ਨੇ ਗੱਲ ਕਹੀ ਨਾ, ਫਿਰ ਜਨਮ ਤਾਂ ਰੋਂਦਿਆਂ ਹੋਏਗਾ, ਪਰ ਮੌਤ ਤੱਕ ਪਹੁੰਚਦਿਆਂ ਤੂੰ ਰੋਏਗਾ ਨਹੀਂ, ਜੇਕਰ ਇਹ ਦੋ ਗੁਣ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵੇਂ। ਤੇ ਸਾਧ ਸੰਗਤ ਇਹੀ ਗੱਲ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ। ਤੇ ਖਿਆਲ ਕਰਿਓ, ਕੱਲ੍ਹ ਦਾ ਦਿਨ ਜਿਹੜਾ 29 ਮਾਰਚ, ਇਹ ਦਿਨ ਇਤਿਹਾਸ ਦੇ ਵਿੱਚ ਵੀ ਬੜੀ ਖਾਸ ਮਹੱਤਤਾ ਰੱਖਦਾ ਜੇ। ਕੱਲ੍ਹ ਦੇ ਦਿਨ ਨੂੰ ਜੀ ਹੋਲਾ ਮਹੱਲਾ ਕਹਿੰਦੇ ਨੇ। ਹੋਲਾ ਮਹੱਲਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਟਾਰਟ ਕੀਤਾ ਸੀ। ਹੋਲੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਈ ਜਾਂਦੀ ਹੈ, ਪਰ ਗੁਰੂ ਸਾਹਿਬ ਨੇ ਇੱਕ ਨਵੇਕਲਾ ਹੋਲਾ ਮਹੱਲਾ ਸਾਨੂੰ ਦਿੱਤਾ ਹੈ। ਤੇ ਇਸ ਹੋਲੇ ਮਹੱਲੇ ਦੇ ਵਿੱਚ ਨਾ ਜਿਸ ਤਰ੍ਹਾਂ ਸਟਾਰਟ ਕੀਤਾ ਸੀ ਗੁਰੂ ਸਾਹਿਬ ਨੇ, ਦੋ ਟੀਮ ਬਣਾ ਕੇ ਤੇ ਗੁਰੂ ਸਾਹਿਬ ਇੱਕ ਫੇਕ ਜੰਗ ਕਰਵਾਇਆ ਕਰਦੇ ਸੀ ਦੋਨਾਂ ਟੀਮਾਂ ਦੇ ਵਿੱਚ। ਉਹ ਰੀਜ਼ਨ ਕੀ ਸੀ ਕਿ ਇੱਕ ਸ਼ਸਤਰ ਅਭਿਆਸ ਦਾ ਇੱਕ ਸਾਧਨ ਬਣਾ ਦਿੱਤਾ ਗੁਰੂ ਸਾਹਿਬ ਨੇ। ਅਭਿਆਸ, ਪ੍ਰੈਕਟਿਸ ਵਾਸਤੇ ਗੁਰੂ ਸਾਹਿਬ ਨੇ ਦੋ ਟੀਮਾਂ ਬਣਾ ਕੇ ਇੱਕ ਫੇਕ ਯੁੱਧ ਕਰਵਾਉਣਾ ਦੋਨਾਂ ਦੇ ਵਿੱਚ, ਤੇ ਜਿੱਤਣ ਵਾਲੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਨਾ। ਤੇ ਜੇਕਰ ਉਸ ਜਿਹੜੀ ਦਾਤ ਗੁਰੂ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਪਾਈ ਹੈ ਨਾ, ਉਹਦੇ ਕੋਲ ਵੀ ਆਪਾਂ ਇੰਸਪੀਰੇਸ਼ਨ ਲੈ ਸਕਦੇ ਹਾਂ। ਹਿਸਟੋਰੀਕਲ ਤੌਰ 'ਤੇ ਤਾਂ ਉਹ ਮਹੱਤਤਾ ਰੱਖਦਾ ਹੀ ਹੈ ਸਾਡੇ ਵਾਸਤੇ, ਪਰ ਆਤਮਿਕ ਤੌਰ 'ਤੇ ਵੀ ਇਹਦੇ ਕੋਲ ਇੰਸਪੀਰੇਸ਼ਨ ਲਈ ਜਾ ਸਕਦੀ ਹੈ। ਆਤਮਿਕ ਤੌਰ 'ਤੇ ਗੁਰੂ ਸਾਹਿਬ ਨੇ ਵਾਰ-ਵਾਰ ਬਾਣੀ 'ਚ ਜ਼ਿਕਰ ਕੀਤਾ ਹੈ ਜੀ, ਸਾਡਾ ਜੰਗ ਚੱਲਦਾ ਪਿਆ ਹੈ ਅੰਦਰ, ਸਾਡੇ ਅੰਦਰ ਨਾ ਜੰਗ। ਗੁਰੂ ਸਾਹਿਬ ਕਹਿੰਦੇ ਆ ਸੰਸਾਰ ਇੱਕ ਜੰਗ ਦਾ ਮੈਦਾਨ ਹੈ, ਜਿਸ ਮੈਦਾਨ ਦੇ ਵਿੱਚ ਦੋ
ਇਹ ਇੱਕ ਤਾਂ ਅਸੀਂ ਹੋ ਗਏ ਜੀ, ਇੱਕ ਸਾਡਾ ਮਨ ਹੈ, ਦੂਜੇ ਪਾਸੇ ਸਾਡਾ ਜਿਹੜਾ ਦੁਸ਼ਮਣ ਹੈ ਨਾ ਜੀ, ਵੈਰੀ ਐਨੀਮੀ, ਉਹਨੇ ਵਿਕਾਰ, ਉਹ ਹੈ ਮਾਇਆ। ਇਹਨਾਂ ਦੇ ਦਰਮਿਆਨ ਯੁੱਧ ਚੱਲਦਾ ਪਿਆ ਹੈ, ਤੇ ਜਿਹੜਾ ਤੇ ਇਹਨਾਂ ਦੇ ਅੰਡਰ ਕੰਟਰੋਲ ਹੋ ਗਿਆ, ਹਾਰ ਜਾਂਦਾ ਹੈ। ਜਿਸ ਨੇ ਇਹਨਾਂ ਦੇ ਉੱਤੇ ਗੁਰੂ ਕਿਰਪਾ ਦੇ ਨਾਲ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ, ਉਹਨੂੰ ਸਨਮਾਨ ਮਿਲਦਾ ਹੈ, ਉਹ ਸਤਿਕਾਰਿਆ ਜਾਂਦਾ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ। ਤੇ ਆਪਾਂ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਆ। ਨੈਗੇਟਿਵਿਟੀ, ਐਕਸਪੈਕਟੇਸ਼ਨਸ ਨੂੰ ਆਪਣੇ ਆਪ ਨਹੀਂ ਜਿੱਤਿਆ ਜਾ ਸਕਦਾ। ਜੇ ਗੁਰੂ ਦਾ ਸਹਾਰਾ ਮਿਲ ਜਾਏ, ਗੁਰੂ ਦੀ ਕਿਰਪਾ ਹੋ ਜਾਵੇ, ਤੇ ਫਿਰ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਰਕੇ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਤੇ ਜਿਹੜਾ ਜਿੱਤ ਗਿਆ, ਫਿਰ ਗੁਰੂ ਉਹਨੂੰ ਸਨਮਾਨੇਗਾ। ਕਿਵੇਂ? ਉਹਦੇ ਜੀਵਨ ਦੇ ਵਿੱਚ ਸੁੱਖ, ਉਹਦੇ ਜੀਵਨ ਦੇ ਵਿੱਚ ਆਨੰਦ ਆ ਜਾਏਗਾ। ਉਹ ਜਿਹੜਾ ਸੁੱਖ ਜਨਮ ਦੇ ਦੌਰਾਨ ਜਿਹਦੇ ਨਾਲ ਉਹ ਕਨੈਕਸ਼ਨ ਟੁੱਟ ਗਿਆ ਸੀ ਨਾ, ਉਹਦੇ ਨਾਲ ਦੁਬਾਰਾ ਕਨੈਕਸ਼ਨ ਗੁਰੂ ਜੋੜੇਗਾ। ਤੇ ਜਦੋਂ ਜੁੜ ਗਿਆ, ਫਿਰ ਸਾਨੂੰ ਪਤਾ ਲੱਗੇਗਾ ਕਿ ਅਸਲੀ ਸੁੱਖ ਹੈ ਕੀ। ਮੈਂ ਤਾਂ ਐਵੇਂ ਦੌੜ ਭਾਜੀ ਕਰਦਾ ਰਿਹਾ, ਪਰ ਅਸਲੀ ਸੁੱਖ ਹੁਣ ਪਤਾ ਲੱਗਾ ਕਿ ਹੈ ਕੀ, ਕਿਸ ਨੂੰ ਕਹਿੰਦੇ ਨੇ ਸੁੱਖ। ਸਤਿਗੁਰੂ ਜੀ ਕਿਰਪਾ ਕਰਨ, ਜਿਹੜੇ ਪਾਵਨ ਉਪਦੇਸ਼ ਦੇ ਵਿੱਚ ਜਿਹੜੀ ਗੱਲ ਗੁਰੂ ਸਾਹਿਬ ਨੇ ਸਮਝਾਈ ਹੈ, ਕਿਤੇ ਸਾਡੇ ਅੰਦਰ ਵਸ ਜਾਏ, ਨੈਗੇਟਿਵ ਥਾਟ ਸਾਡੇ ਅੰਦਰੋਂ ਚਲੇ ਜਾਣ, ਤੇ ਐਕਸਪੈਕਟੇਸ਼ਨਸ ਛੱਡ ਦਈਏ, ਜੀਵਨ ਸਫਲ ਹੋ ਜਾਏਗਾ। ਗੁਰੂ ਕਿਰਪਾ ਕਰੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।